ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਹੁਣੇ-ਹੁਣੇ ਕਿਸਾਨਾਂ ਦੀ ਕੱਲ ਦੇ ਚੱਕਾ ਜਾਮ ਨੂੰ ਲੈ ਕੇ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਨਰਿੰਦਰ ਤੋਮਰ ਜਿਹੜੇ ਹੈਗੇ ਅੱਜ ਲੋਕ ਸਭਾ ਦੇ ਵਿੱਚ ਬੋਲੇ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ, ਖੇਤੀ ਕਾਨੂੰਨਾਂ ਦੇ ਬਾਰੇ ਤੇ ਪੰਜਾਬ ਸਰਕਾਰ ਦੇ ਬਾਰੇ ਵੀ ਉਹ ਵਿਰੋਧ ਦੇ ਵਿੱਚ ਬੋਲੇ ਨੇ। ਤੇ ਜਿਹੜਾ ਕੱਲ ਦਾ ਚੱਕਾ ਜਾਮ ਕੀਤਾ ਜਾਣਾ ਹੈ, ਰਾਕੇਸ਼ ਟਕੈਤ ਦੇ ਵੱਲੋਂ ਉਹਦੇ ਲਈ ਵੱਖਰਾ ਬਿਆਨ ਦੇ ਦਿੱਤਾ ਗਿਆ। ਕੀ ਕੁਝ ਕਾਰਨ ਰਿਹਾ ਇਸ ਵੱਖਰੇ ਬਿਆਨ ਦੇ ਉੱਪਰ, ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਥੈਂਕ ਯੂ ਸੁਖਵਿੰਦਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਸਾਡੇ ਦਰਸ਼ਕਾਂ ਦਾ ਬਹੁਤ ਸਵਾਗਤ ਜੀ। ਭੋਗਲ ਸਾਹਿਬ, ਗੱਲਬਾਤ ਕਰੀਏ। 26 ਜਨਵਰੀ ਤੋਂ ਬਾਅਦ ਕਿਸਾਨਾਂ ਨੇ ਪਹਿਲਾ ਕੋਈ ਪ੍ਰੋਗਰਾਮ ਉਲੀਕਿਆ ਹੈਗਾ, ਕਿਉਂਕਿ ਜਿਹੜਾ ਪਹਿਲਾਂ 1 ਫਰਵਰੀ ਦਾ ਪ੍ਰੋਗਰਾਮ ਸੀ ਉਹ ਸਭ ਕੁਝ 26 ਜਨਵਰੀ ਦੇ ਪ੍ਰੋਗਰਾਮ ਦੇਖਦਿਆਂ ਜਿਹੜਾ ਛੱਡ ਦਿੱਤਾ ਗਿਆ ਸੀ, ਉਸ ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਤਾਂ ਹੁਣ ਉਸ ਤੋਂ ਬਾਅਦ ਇੱਕ ਪਹਿਲਾ ਤੇ ਇਹ ਵੱਡਾ ਪ੍ਰੋਗਰਾਮ ਦੱਸਿਆ ਜਾ ਰਿਹਾ ਕਿਸਾਨਾਂ ਦੇ ਵੱਲੋਂ। ਕਿਵੇਂ ਦੇਖਦੇ ਹੋ ਕਿਸਾਨਾਂ ਦੇ ਇਸ ਫੈਸਲੇ ਨੂੰ? ਤੇ ਅੱਜ ਜਿਹੜੀ ਮੀਟਿੰਗ ਲਈ ਕੀਤੀ ਗਈ ਇਹਨਾਂ ਦੇ ਵੱਲੋਂ ਆਪਸੀ, ਉਹਦੇ ਵਿੱਚ ਇਹਨਾਂ ਦੇ ਵੱਲੋਂ ਕੱਲ ਦੇ ਫੈਸਲੇ ਨੂੰ ਲੈ ਕੇ ਕੀ ਕੁਝ ਵੱਡੇ ਫੈਸਲੇ ਲਏ ਗਏ ਨੇ? ਹਾਂ ਸੁਖਵਿੰਦਰ, ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਸੀ ਕਿ 6 ਫਰਵਰੀ ਨੂੰ ਸਾਰੇ ਦੇਸ਼ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ, ਯਾਨੀ 3 ਘੰਟੇ ਲਈ ਚੱਕਾ ਜਾਮ ਕੀਤਾ ਜਾਏਗਾ, ਟ੍ਰੈਫਿਕ ਬਲੋਕੇਡ ਕੀਤੀ ਜਾਏਗੀ। ਇਹ ਜਿਹੜਾ ਇੰਟਰਨੈਟ ਬੰਦ ਕੀਤਾ ਜਾਂ ਜਿਹੜੀਆਂ ਹੋਰ ਕਿਸਾਨ ਜਿਹੜਾ ਮੋਰਚੇ ਨੂੰ ਤਕਲੀਫਾਂ ਆ ਰਹੀਆਂ ਉਸ ਨੂੰ ਪ੍ਰੋਟੈਸਟ ਕਰਨ ਵਾਸਤੇ, ਉਸਦੇ ਬਾਰੇ ਆਪਣਾ ਰੋਧ ਦਰਜ ਕਰਨ ਵਾਸਤੇ, ਔਰ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਓਵਰਆਲ ਇਸ਼ੂ ਹੈ ਉਸ ਦੇ ਪ੍ਰਤੀ ਦਬਾਅ ਬਣਾਉਣ ਵਾਸਤੇ। ਤੋ ਜਿਹੜੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਹਨਾਂ ਦੇ ਜਿਹੜੇ ਸੈਕਟਰੀ ਨੇ ਡਾਕਟਰ ਦਰਸ਼ਨਪਾਲ, ਉਹਨਾਂ ਦੀ ਸਟੇਟਮੈਂਟ ਉਸ ਤੋਂ ਬਾਅਦ ਜਾਰੀ ਕੀਤੀ ਗਈ, ਜਿਹਦੇ 'ਚ ਉਹਨਾਂ ਨੇ ਉਸ ਚੱਕਾ ਜਾਮ ਨੂੰ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਨਾ, ਲਾਗੂ ਕਰਨਾ, ਉਸ ਬਾਰੇ ਉਹਨਾਂ ਨੇ ਉਹਦੇ ਵਿੱਚ ਕੁਝ ਗੱਲਾਂ ਕਹੀਆਂ ਨੇ। ਉਹਦੇ ਵਿੱਚ ਉਹੀ ਕਿਹਾ ਗਿਆ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਰਹੇਗਾ। ਉਸ ਦੌਰਾਨ ਜਿਹੜੇ ਐਮਰਜੈਂਸੀ ਸਰਵਿਸਿਜ਼ ਕੋਈ ਵੀ ਹੋਣਗੀਆਂ, ਉਹਨਾਂ ਦੇ ਵਹੀਕਲਸ ਨੂੰ, ਜਿਸ ਤਰ੍ਹਾਂ ਫਾਇਰ ਬ੍ਰਿਗੇਡ ਹੋ ਗਈ ਜਾਂ ਐਂਬੂਲੈਂਸ ਹੋ ਗਈ ਹੈ, ਇਸ ਤਰ੍ਹਾਂ ਦੀ ਹੋਰ ਜਿਹੜੀਆਂ ਚੀਜ਼ਾਂ, ਉਹਨਾਂ ਨੂੰ ਨਹੀਂ ਰੋਕਿਆ ਜਾਏਗਾ। ਔਰ ਇਹ ਵੀ ਨਾਲ ਕਿਹਾ ਗਿਆ ਕਿ ਚੱਕਾ ਜਾਮ ਦੇ ਦੌਰਾਨ ਕੋਸ਼ਿਸ਼ ਕੀਤੀ ਜਾਏ ਕਿ ਜਿਹੜੇ ਸਰਕਾਰੀ ਅਧਿਕਾਰੀ ਆਉਣਗੇ, ਪੁਲਿਸ ਦੇ, ਸਿਵਲ ਦੇ, ਉਹਨਾਂ ਨਾਲ ਜਿਹੜਾ ਹੈ ਝਗੜੇ ਤੋਂ ਬਚਿਆ ਜਾਵੇ, ਕਿਸੇ ਕਿਸਮ ਦੀ ਕੋਈ ਜਿਹੜਾ ਹੈ ਝਗੜਾ ਨਾ ਹੋਵੇ। ਮਾਫ ਕਰਨਾ ਜੀ। ਸੋ ਨਾਲ ਹੀ ਇਹ ਕਿਹਾ ਗਿਆ ਕਿ ਜਦੋਂ 3 ਵਜੇ ਇਹ ਚੱਕਾ ਜਾਮ ਖਤਮ ਹੋਏਗਾ ਤਾਂ ਪੂਰੇ 1 ਮਿੰਟ ਲਈ ਵਾਹਨਾਂ ਦੇ ਜਿਹੜੇ ਹਾਰਨ ਵਜਾ ਕੇ ਸਿੰਬੋਲਿਕ ਜਿਹੜਾ ਹੈ ਇੱਕ ਪ੍ਰੋਟੈਸਟ ਨਾਲ ਦੀ ਨਾਲ ਇਹ ਵੀ ਦਰਜ ਕਰਾਇਆ ਜਾਏਗਾ। ਯਾਨੀ 3 ਵਜੇ ਚੱਕਾ ਜਾਮ ਖਤਮ ਹੋਏਗਾ, ਉਸ ਤੋਂ ਲਗਾਤਾਰ 1 ਵਜੇ ਤੱਕ ਵਾਹਨਾਂ ਦੇ ਜਿਹੜੇ ਹਾਰਨਸ ਨੇ ਉਹ ਵਜਾਏ ਜਾਣਗੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਦਿੱਤੇ ਆ। ਨਾਲ ਇੱਕ ਇਹ ਗੱਲ ਕਹੀ ਗਈ ਹੈ, ਆਪਾਂ ਸਵੇਰੇ ਵੀ ਇਹ ਗੱਲ ਪਹਿਲਾਂ ਵੀ ਕੀਤੀ ਸੀ, ਕਿ ਦਿੱਲੀ ਦੇ ਵਿੱਚ ਚੱਕਾ ਜਾਮ ਨਹੀਂ ਹੋਏਗਾ, ਕਿਉਂਕਿ ਦਿੱਲੀ ਦੇ ਵਿੱਚ ਆਲਰੇਡੀ 3 ਬਾਰਡਰਸ ਤੋਂ ਜਿਹੜੀਆਂ ਸੜਕਾਂ ਜਾਂਦੀਆਂ ਦਿੱਲੀ ਨੂੰ, ਉਹ ਬੰਦ ਨੇ, ਤੇ ਜਿਹੜਾ ਬਾਕੀ ਰਸਤੇ ਹੈ ਕੋਈ ਵੀ ਹੈ ਉਹ ਚੱਲਦੇ ਰਹਿਣਗੇ। ਇਹ ਵੀ ਉਹਦੇ ਵਿੱਚ ਸਪਸ਼ਟ ਉਹਨਾਂ ਨੇ ਕੀਤਾ ਹੈਗਾ। ਸੋ ਕੁੱਲ ਮਿਲਾ ਕੇ ਇਸ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਦੀਆਂ ਜਿਹੜੀਆਂ ਕੰਡੀਸ਼ਨਸ ਨੇ, ਮੋਡੈਲਿਟੀਜ਼ ਨੇ, ਉਸ ਦੇ ਬਾਰੇ ਡਾਕਟਰ ਦਰਸ਼ਨਪਾਲ ਨੇ ਸਟੇਟਮੈਂਟ ਦਿੱਤੀ, ਜਿਹੜੀ ਅੱਜ ਮੀਟਿੰਗ ਤੋਂ ਬਾਅਦ ਹੋਈ ਹੈ। ਤਾਂ ਕੀ ਲੱਗਦਾ ਹੈ ਕਿ ਇਹ ਕਿੰਨੀ ਕੁ ਕਾਮਯਾਬ ਰਹਿ ਪਾਏਗੀ, ਇਹ ਜਿਹੜਾ ਚੱਕਾ ਜਾਮ ਹੈ, ਤੇ ਇਹ ਕਿੰਨਾ ਕੁ ਜਿਹੜਾ ਹੈਗਾ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾ ਪਾਏਗਾ? ਤੇ ਦੂਜੇ ਪਾਸੇ ਜੇਕਰ ਰਾਕੇਸ਼ ਟਕੈਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਆਪਣਾ ਵੱਖਰਾ ਪ੍ਰੋਗਰਾਮ ਦੇ ਦਿੱਤਾ ਹੈ। ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਯੂਪੀ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਚੱਕੇ ਜਾਮ ਨਹੀਂ ਹੋਣਗੇ। ਕਿਵੇਂ ਦੇਖਦੇ ਹੋ ਕਿ ਕੀ ਕੁਝ ਖਾਸ ਕਾਰਨ ਹੈ ਜਿਹਦੇ ਕਰਕੇ ਰਾਕੇਸ਼ ਟਕੈਤ ਦੇ ਵੱਲੋਂ ਇੱਕ ਆਪਣਾ ਵੱਖਰੇ ਤੌਰ ਤੇ ਜਿਹੜਾ ਬਿਆਨ ਦੇ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੀ ਬਿਆਨ ਤੋਂ ਬਾਅਦ? ਹਾਂ, ਇਸ ਤਰ੍ਹਾਂ ਦਾ ਇੱਕ ਬਿਆਨ ਸੁਣਨ ਚ ਆ ਰਿਹਾ ਕਿ ਰਾਕੇਸ਼ ਟਕੈਤ ਨੇ ਯੂਪੀ ਔਰ ਉੱਤਰਾਖੰਡ ਦੇ ਬਾਰੇ ਚ ਕਿਹਾ ਕਿ ਉੱਥੇ ਚੱਕਾ ਜਾਮ ਜਿਹੜਾ ਹੈ ਉਹ ਨਹੀਂ ਹੋਏਗਾ। ਕਾਰਨ ਕੀ ਹੈ, ਇਸ ਦੇ ਬਾਰੇ ਮੈਂ ਇਸ ਵੇਲੇ ਕੁਝ ਵੀ ਕਹਿਣ ਤੋਂ ਅਸਮਰੱਥ ਹਾਂ, ਕੀ ਵਜ੍ਹਾ ਹੈ। ਪਰ ਇਸ ਦੇ ਨਾਲ ਇੱਕ ਬੜੀ ਅਜੀਬੋ-ਗਰੀਬ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਜਦੋਂ ਸਾਰੇ ਦੇਸ਼ ਦੇ ਵਿੱਚ ਚੱਕਾ ਜਾਮ ਕਰਨ ਦੀ ਜਿਹੜੀ ਇੱਕ ਡਿਕਲੇਰੇਸ਼ਨ ਹੋਈ ਹੈ, ਘੋਸ਼ਣਾ ਹੋਈ ਹੈ, ਤਾਂ ਇਹ 2 ਰਾਜਾਂ ਨੂੰ ਜਿਹੜੀ ਹੈ ਐਗਜ਼ੰਪਸ਼ਨ ਮਿਲਣਾ ਜਾਂ ਛੂਟ ਮਿਲਣ ਦਾ ਸਮਝ ਨਹੀਂ। ਜਾਂ ਤਾਂ ਫਿਰ ਉਹ ਇਹ ਕਿਆ ਫੈਸਲਾ ਹੁੰਦਾ ਕਿਸਾਨ, ਜਿਹੜੀ ਸੰਯੁਕਤ ਕਿਸਾਨ ਮੋਰਚਾ ਹੈ, ਕਿ ਜਿਹੜੇ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਪ੍ਰੋਟੈਸਟ ਕਰਨਾ, ਉਹ ਫੈਸਲਾ ਕਰਨ, ਸੂਬਿਆਂ ਦੇ ਉੱਤੇ ਛੱਡ ਦਿੱਤਾ ਜਾਂਦਾ।
ਪਰ ਜੇ ਫੈਸਲਾ ਹੋਇਆ ਸੀਗਾ ਕਿ ਸਾਰੇ ਦੇਸ਼ ਦੇ ਵਿੱਚ ਅਸੀਂ ਚੱਕਾ ਜਾਮ ਹੀ ਕਰਨਾ 3 ਘੰਟੇ ਵਾਸਤੇ, ਤਾਂ ਫਿਰ ਸਾਰੇ ਸੂਬਿਆਂ ਦੇ ਵਿੱਚ ਉਸ ਨੂੰ ਫੋਲੋ ਕਰਨਾ ਬਣਦਾ ਸੀ। ਜੇ ਕੋਈ 1 ਜਾਂ 2 ਸੂਬਿਆਂ ਦੇ ਵਿੱਚ ਇਸ ਦੀ ਕੋਈ ਜਿਹੜੀ ਹੈ ਇਸ ਤਰ੍ਹਾਂ ਅਲੱਗ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ, ਤਾਂ ਉਹਦੇ ਨਾਲ ਕਨਫਿਊਜ਼ਨ ਪੈਦਾ ਹੋਣ ਦੀ ਪੂਰੀ ਡਰ ਹੋ ਜਾਏਗਾ, ਔਰ ਇੱਕ ਗਲਤ ਮੈਸੇਜ ਜਿਹੜਾ ਹੈ ਉਹ ਜਾਏਗਾ। ਆਲਰੇਡੀ ਜਿਹੜਾ ਹੈ ਇਸ ਕਿਸਾਨ ਮੋਰਚੇ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਤੋੜਨ ਦੀ, ਇਸ ਨੂੰ ਵੰਡਣ ਦੀ, ਤਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਜਿਹੜਾ ਹੈ ਮਤਭੇਦ ਪੈਦਾ ਹੋ ਜਾਣ ਦਾ ਪੂਰਾ ਖਦਸ਼ਾ ਜਿਹੜਾ ਹੈ ਰਹਿੰਦਾ। ਤੋ ਪਰ ਮੈਂ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਨੂੰ ਹਜੇ ਤੱਕ ਪੂਰਾ ਖੁਲਾਸਾ ਨਹੀਂ ਹੈ ਕਿ ਚੌਧਰੀ ਰਕੇਸ਼ ਟਿਕੈਤ ਨੇ ਜਿਹੜੀ ਇਹ ਡੈਕਲੇਰੇਸ਼ਨ ਕੀਤੀ ਹੈ ਉਹਦੇ ਪਿੱਛੇ ਕੀ ਖਾਸ ਕਾਰਨ ਹੈ। ਹੋ ਸਕਦਾ ਕੋਈ ਖਾਸ ਕਾਰਨ ਇਸ ਤਰ੍ਹਾਂ ਦਾ ਹੋਵੇ, ਪਰ ਮੈਨੂੰ ਸਮਝ ਜਿਹੜੀ ਮੇਰੀ ਸਮਝ ਤੋਂ ਪਰੇ ਹੈ ਕਿ ਇਦਾਂ ਦਾ ਕੀ ਕਾਰਨ ਹੋ ਸਕਦਾ, ਕਿਉਂਕਿ ਆਫਟਰ ਆਲ ਵੀ ਕੈਨ ਥਿੰਕ ਕਿ ਕੋਈ ਇਸ ਤਰ੍ਹਾਂ ਦਾ ਮਸਲਾ ਹੋ ਸਕਦਾ, ਪਰ ਫਿਲਹਾਲ ਮੇਰੀ ਸਮਝ ਤੋਂ ਪਰੇ ਹੈ ਕਿ ਇਹ ਕਿਉਂ ਕਿਹਾ ਗਿਆ। ਲੇਕਿਨ ਇਹ ਜ਼ਰੂਰ ਸੁਣਨ ਚ ਆਇਆ ਕਿ ਉਹਨਾਂ ਨੇ ਕਿਹਾ ਗਿਆ। ਕੱਲ ਨੂੰ ਵਾਸਤਵਿਕਤਾ ਦੇ ਵਿੱਚ ਕੀ ਹੁੰਦਾ ਇਹ ਤਾਂ ਮੌਕੇ ਤੇ ਹੀ ਪਤਾ ਲੱਗੇਗਾ। 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਹੈ ਉਹ ਕੌਣ ਚੱਕਾ ਰੋਕਦਾ ਜਾਂ ਕੀ ਹੁੰਦਾ। ਪਰ ਮੈਂ ਜਿਸ ਤਰ੍ਹਾਂ ਕਿਹਾ ਕਿ ਇਹੋ ਜਿਹੀਆਂ ਜਿਹੜੀਆਂ ਜੇ ਕੋਈ ਡਿਫਰੈਂਟ ਸਟੇਟਮੈਂਟ ਆਈ ਹੈ ਤਾਂ ਇਹਦੇ ਨਾਲ ਕਨਫਿਊਜ਼ਨ ਜਿਹੜਾ ਹੈ ਉਹ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ, ਔਰ ਪਹਿਲਾਂ ਵੀ ਕਨਫਿਊਜ਼ਨ ਦੇ ਨਾਲ ਹੀ ਕਾਫੀ ਕੁਝ ਸਾਡਾ ਨੁਕਸਾਨ ਹੋਇਆ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤੋਂ ਬਚਿਆ ਜਾਵੇ। ਸੋ ਇਸ ਸਥਿਤੀ ਨੂੰ ਕੱਲ ਲਗਾਤਾਰ ਦੇਖਦੇ ਰਹਿਣਾ ਪਏਗਾ ਕਿ ਕੀ ਹੁੰਦਾ ਹੈ ਇਸ ਤਰੀਕੇ ਨਾਲ। ਤਾਂ ਇਹ ਤਾਂ ਗੱਲ ਉਹਨਾਂ ਦੀ ਸੀ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣਾ ਐਲਾਨ ਕਰਕੇ ਵੱਡੇ ਫੈਸਲੇ ਲਏ ਗਏ ਨੇ। ਉਸੇ ਮੌਕੇ ਹੀ ਇਕੱਠਿਆਂ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਦੇ ਵਿੱਚ ਪੰਜਾਬ ਸਰਕਾਰ ਅਤੇ ਕਿਸਾਨਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਬੋਲੇ ਨੇ ਨਰਿੰਦਰ ਤੋਮਰ। ਵੱਡੇ ਬਿਆਨ ਦਿੱਤੇ ਨੇ ਉਹਨਾਂ ਦੇ ਵੱਲੋਂ। ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕਿਸਾਨ ਗੁੰਮਰਾਹ ਨੇ, ਕਿਸਾਨਾਂ ਨੂੰ ਪੰਜਾਬ ਸਰਕਾਰ ਗੁੰਮਰਾਹ ਕਰ ਰਹੀ ਹੈ। ਕਿਸਾਨ ਕਹਿੰਦੇ ਅੱਜ ਤੱਕ ਸਾਨੂੰ ਸਮਝਾ ਹੀ ਨਹੀਂ ਸਕੇ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਕਮੀ ਕਿੱਥੇ ਹੈ। ਬੜੀ ਹਾਸੋਹੀਣੀ ਗੱਲ ਹੈ ਜਿਹੜੀ ਖੇਤੀਬਾੜੀ ਮੰਤਰੀ ਨੇ ਕੀਤੀ ਕਿ ਉਹਨਾਂ ਨੇ ਐਜ਼ ਯੂਜੂਅਲ ਕਿਸਾਨਾਂ ਤੇ ਇਲਜ਼ਾਮ ਲਗਾਏ, ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ, ਜਾਂ ਜੋ ਵੀ ਉਹਨਾਂ ਨੇ ਕਿਹਾ। ਦੇਖੋ, ਸਿੱਧੀ ਪੱਧਰੀ ਗੱਲ ਹੈ ਕਿ ਕਿਸਾਨਾਂ ਨੇ ਉਹਨਾਂ ਨੂੰ ਇੱਕ ਗੱਲ ਕਹੀ ਕਿ ਅਸੀਂ ਇਹ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਾਂ, ਅਸੀਂ ਇਹਨਾਂ ਖੇਤੀ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਾਂ। ਇਸ ਕਰਕੇ ਸਾਨੂੰ ਕੀ ਇਤਰਾਜ਼ ਨੇ, ਅਸੀਂ ਇਹਦੇ ਤੇ ਗੱਲ ਹੀ ਨਹੀਂ ਕਰਨੀ। ਪਿਛਲੀਆਂ ਜਿਹੜੀਆਂ 11 ਸੈਸ਼ਨਸ ਹੋਏ ਆ ਕਿਸਾਨਾਂ ਦੇ, ਖੇਤੀਬਾੜੀ ਮੰਤਰੀ ਪੀਯੂਸ਼ ਗੋਇਲ ਔਰ ਜਿਹੜੇ ਤੀਸਰੇ ਮੰਤਰੀ ਸੀਗੇ ਸਾਡੇ ਪੰਜਾਬ ਤੋਂ ਜਿਹੜੇ ਨੇ ਉਪ ਰਾਜ ਮੰਤਰੀ ਫਗਵਾੜੇ ਤੋਂ ਮੈਂਬਰ ਲੋਕ ਸਭਾ, ਉਹਨਾਂ ਨੇ ਕਿਸਾਨਾਂ ਨੇ ਜਿਹੜਾ ਹੈ ਬਿੱਲ ਦੇ ਉੱਤੇ ਜਿਹੜੀ ਹੈ ਡਿਸਕਸ਼ਨ ਕਰਨ ਤੋਂ ਇਨਕਾਰ ਕੀਤੀ ਹੈ। ਲੇਕਿਨ ਇਹ ਨਹੀਂ ਹੈ ਕਿ ਡਿਸਕਸ਼ਨ ਹੁੰਦੀ ਨਹੀਂ ਹੈ। ਉਸ ਮੀਟਿੰਗ 'ਚ ਨਾ ਹੋਈ ਹੋਵੇ, ਬਾਹਰ ਹਰ ਜਗ੍ਹਾ ਡਿਸਕਸ਼ਨ ਹੋ ਰਹੀ ਹੈ, ਮੀਡੀਆ ਦੇ ਵਿੱਚ ਡਿਸਕਸ਼ਨ ਹੋ ਰਹੀ ਹੈ, ਲੇਖ ਲਿਖੇ ਜਾ ਰਹੇ ਨੇ, ਖੇਤੀ ਮਾਹਰ ਜਿਹੜੇ ਨੇ ਉਹ ਬਕਾਇਦਾ ਦੱਸ ਰਹੇ ਨੇ ਕਿ ਇਹਨਾਂ ਬਿੱਲਾਂ ਦੇ ਨਾਲ ਜਿਹੜਾ ਹੈ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ। ਸਾਡੇ ਜਿਹੜੇ ਛੋਟੇ ਕਿਸਾਨ ਨੇ ਜਾਂ ਮਿਡਲ ਜਿਨ੍ਹਾਂ ਦੀਆਂ ਹੋਲਡਿੰਗਸ ਨੇ ਉਹਨਾਂ ਨੂੰ ਕਿੱਦਾਂ ਦੀਆਂ ਪ੍ਰੋਬਲਮਸ ਆ ਸਕਦੀਆਂ, ਕੀ ਪ੍ਰੋਬਲਮਸ ਨੇ। ਜਿਹੜੇ ਸਾਡੇ ਸੰਵਿਧਾਨ ਦੇ ਮਾਹਰ ਨੇ ਉਹਨਾਂ ਨੇ ਲਗਾਤਾਰ ਦੱਸਿਆ ਕਿ ਇਹ ਕਾਨੂੰਨ ਪਾਸ ਕੀਤੇ ਆ ਜਿਹੜੇ ਕੇਂਦਰ ਸਰਕਾਰ ਨੇ, ਇਹ ਜਿਹੜੀ ਸਟੇਟ ਲਿਸਟ ਹੈ, ਰਾਜ ਦੇ ਅਧਿਕਾਰਾਂ ਦੇ ਉੱਤੇ ਉਹਨਾਂ ਨੇ ਡਾਕਾ ਮਾਰਿਆ, ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ ਕਨਸਟੀਟਿਊਸ਼ਨ ਦੀਆਂ ਉਹ ਰਾਜਾਂ ਦੇ ਅਧਿਕਾਰ ਹਿੱਤ 'ਚ ਹੈਗੇ। ਲੇਕਿਨ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਜਿਹੜਾ ਹੈ ਜ਼ਬਰਦਸਤੀ ਪਾਸ ਕੀਤਾ। ਕੀ ਨਰਿੰਦਰ ਤੋਮਰ ਕਦੇ ਇਸ ਗੱਲ ਦੇ ਉੱਤੇ ਆਉਣਗੇ ਕਿ ਸਰਕਾਰ ਨੇ ਇਸ ਬਿੱਲ ਨੂੰ ਕਿਸ ਤਰੀਕੇ ਨਾਲ ਪਾਸ ਕੀਤਾ? ਕੀ ਕੋਈ ਜਿਹੜਾ ਹੈ, ਕੀ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਕੋਈ ਚੋਰ ਜਿਹੜਾ ਹੈ ਉਹ ਕੰਧ ਟੱਪ ਕੇ ਅੰਦਰ ਆਵੇ ਤੇ ਕਹੇ ਨਹੀਂ ਤੇ ਮੈਂ ਤਾਂ ਤੁਹਾਡੇ ਘਰ ਦੀ ਰੱਖਿਆ ਵਾਸਤੇ ਅੰਦਰ ਆ ਰਿਹਾ ਸੀਗਾ? ਜੇ ਰੱਖਿਆ ਵਾਸਤੇ ਅੰਦਰ ਆ ਰਿਹਾ ਭਾਈ, ਤੇ ਘਰ ਦਾ ਦਰਵਾਜ਼ਾ ਖੜਕਾ ਕੇ ਉੱਥੋਂ ਦੀ ਅੰਦਰ ਆਇਆ ਜਾ ਸਕਦਾ ਜੇ ਤੁਹਾਡੀ ਨੀਤ ਠੀਕ ਹੈ ਤਾਂ। ਤੋ ਇਹ ਬਹੁਤ ਵੱਡੀਆਂ ਇਸ਼ੂਜ਼ ਨੇ, ਬਹੁਤ ਵੱਡੇ ਗੱਲਾਂ ਨੇ ਜਿਨ੍ਹਾਂ ਦੇ ਜਵਾਬ ਸਰਕਾਰ ਕੋਲ ਨਹੀਂ ਹੈ, ਔਰ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੀ। ਰਾਦਰ ਦੈਨ ਕਿ ਜਿਹੜੇ ਸਾਡੇ ਕਿਸਾਨ ਨੇ ਉਹ ਸਰਕਾਰ ਨੂੰ ਦੱਸਣ ਨੁਕਸ ਕੀ ਹੈ, ਸਰਕਾਰ ਵੀ ਸੰਤੁਸ਼ਟ ਨਹੀਂ ਕਰ ਪਾ ਰਹੀ ਲੋਕਾਂ ਨੂੰ। ਜੇ ਸਰਕਾਰ ਇੰਨੀ ਜ਼ਿਆਦਾ ਸੱਚੀ ਹੁੰਦੀ, ਸੰਤੁਸ਼ਟ ਕਰ ਪਾ ਰਹੀ ਹੁੰਦੀ, ਤਾਂ ਕੋਈ ਵਜ੍ਹਾ ਨਹੀਂ ਸੀ ਕਿ ਇਹ ਲੋਕ ਜਿਹੜੇ ਹੈਗੇ, ਇੰਨੇ ਜ਼ਿਆਦਾ ਲੋਕ ਜਿਹੜੇ ਹੈ ਉੱਥੇ ਇਕੱਠੇ ਹੋ ਜਾਂਦੇ। ਆਫਟਰ ਆਲ ਹਰ ਬੰਦੇ ਦੇ ਵਿੱਚ ਸਮਝ ਬੂਝ ਹੈਗੀ ਹੈ। ਜੇ ਤੁਸੀਂ ਉਹਨਾਂ ਨੂੰ ਵਾਕਈ ਇਹ ਉਹਨਾਂ ਨੂੰ ਜਚਾ ਦਿਓ ਕਿ ਨਹੀਂ ਇਹ ਤੁਹਾਡੇ ਫਾਇਦੇ ਵਾਸਤੇ ਹੈ ਇਨ ਦਾ ਲੌਂਗ ਰਨ, ਤਾਂ ਲੋਕ ਜਿਹੜੇ ਹੈ ਜ਼ਰੂਰੀ ਥੋੜ੍ਹੀ ਹੈ ਕਿ ਇਹਨਾਂ ਦੇ ਮਗਰ ਲੱਗ ਕੇ ਉੱਥੇ, ਉਹ ਕੋਈ ਬੰਧੂਆ ਮਜ਼ਦੂਰ ਤਾਂ ਹੈ ਨਹੀਂ, ਉਹ ਕੋਈ ਬੱਜੇ ਤੇ ਲਿਆਂਦੇ ਨਹੀਂ ਜਾਂ ਖਰੀਦ ਕੇ ਤਾਂ ਲਿਆਂਦੇ ਨਹੀਂ ਹੋਏ ਕਿ ਉਹ ਇਕੱਠੇ ਹੋ ਕੇ ਉੱਥੇ ਬੈਠੇ ਹੈ। ਸੋ ਸਰਕਾਰ ਆਪਣੀ ਕਮੀ ਜਿਹੜੀ ਹੈ ਉਸ ਨੂੰ ਛੁਪਾਉਣ ਵਾਸਤੇ ਐਗਰੀਕਲਚਰ ਮਿਨਿਸਟਰ ਨੇ ਸਟੇਟਮੈਂਟ ਜਿਹੜੀ ਹੈ ਦੇ ਦਿੱਤੀ ਹੈ, ਪਰ ਮੈਂ ਨਹੀਂ ਸਮਝਦਾ ਇਸ ਨੂੰ ਕੋਈ ਸੀਰੀਅਸਲੀ ਲਏਗਾ। ਠੀਕ ਹੈ, ਉਹਨਾਂ ਨੂੰ ਕਿਹਾ ਗਿਆ ਨੇ ਇਕੱਠਿਆਂ, ਉਧਰਲੇ ਪਾਸੋਂ ਕਿਸਾਨਾਂ ਨੇ ਐਲਾਨ ਕਰਤਾ, ਇਧਰੋਂ ਕੇਂਦਰੀ ਮੰਤਰੀ ਜਿਹੜੇ ਹੈਗੇ ਉਹਨਾਂ ਨੇ ਇਧਰੋਂ
ਲੋਕ ਸਭਾ ਦੇ ਵਿੱਚ ਬਿਆਨ ਦਿੱਤੇ। ਹਾਂ ਠੀਕ ਹੈ, ਉਹ ਕਿਉਂਕਿ ਇੱਕ ਆਪਸ ਦੇ ਵਿੱਚ ਜਿਹੜੀ ਹੈ ਰੱਸਾਕਸ਼ੀ ਜਿਹੜੀ ਹੈ, ਖਿੱਚੋਤਾਣ ਜਿਹੜੀ ਹੈ ਕਿਸਾਨਾਂ ਔਰ ਸਰਕਾਰ ਦੇ ਵਿੱਚ ਚੱਲ ਹੀ ਰਹੀ ਹੈ। ਮੈਂ ਬਿਲਕੁਲ, ਸਿਰਫ ਇਹ ਨਹੀਂ ਕਹਿੰਦਾ ਕਿਸਾਨਾਂ ਔਰ ਸਰਕਾਰ ਦੇ ਵਿੱਚ, ਭਾਰਤ ਦੇ ਬਹੁਤ ਸਾਰੇ ਨਾਗਰਿਕ ਇਸ ਵੇਲੇ ਜਿਹੜੇ ਹੈਗੇ ਆ ਉਹ ਕਿਉਂਕਿ ਇਹ ਕਿਸਾਨ ਕਿਸਾਨ ਸਰਕਾਰ ਅੰਦੋਲਨ ਨਹੀਂ ਰਿਹਾ, ਇਹ ਜਨ ਅੰਦੋਲਨ ਹੋ ਚੁੱਕਿਆ। ਜਨ ਅੰਦੋਲਨ ਹੋ ਚੁੱਕਿਆ ਹੈ ਔਰ ਸਰਕਾਰ ਨੂੰ ਇਸ ਦਾ ਪਤਾ ਹੈ। ਸਰਕਾਰੀ ਏਜੰਸੀਆਂ ਸਰਕਾਰ ਨੂੰ ਬਕਾਇਦਾ ਹਰ ਪਲ ਦੀ ਖਬਰ ਦੇ ਰਹੀਆਂ ਕਿ ਕਿਸ ਤਰੀਕੇ ਨਾਲ ਇਹਦੀ ਸਪੋਰਟ ਜਿਹੜੀ ਹੈ ਵੱਧ ਰਹੀ ਹੈ ਔਰ ਸਰਕਾਰ 'ਚ ਇਹਦੀ ਚਿੰਤਾ ਵੱਧ ਰਹੀ ਹੈ। ਬਿਲਕੁਲ, ਬੇਸ਼ੱਕ ਸਪੋਰਟ ਵੱਧ ਰਹੀ ਹੈ, ਪਰ ਲਗਾਤਾਰ ਸਰਕਾਰ ਵੀ ਜਿਹੜੀ ਹੈਗੀ ਆ ਇਹ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਲੱਗੀ ਹੋਈ ਹੈ। ਚਾਹੇ ਉਹ ਨੈੱਟ ਬੰਦ ਕਰਨ ਨੂੰ ਲੈ ਕੇ ਹੋਵੇ। ਤੁਸੀਂ ਦੇਖਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਆਪਾਂ ਸਵੇਰੇ ਵੀ ਇਹਦੇ ਬਾਰੇ ਚਰਚਾ ਕੀਤੀ ਸੀ। ਇੱਕ ਦਿਨ ਕਰਕੇ ਘੰਟੇ ਬੱਧੀ ਕਰਕੇ ਨੈੱਟ ਤੇ ਜਿਹੜੀ ਪਾਬੰਦੀ ਲਗਾਈ ਜਾ ਰਹੀ ਹੈ। ਤਾਂ ਹੁਣ ਇਹ ਮਾਮਲਾ ਕੁਝ ਵਕੀਲਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਲਗਾਇਆ ਗਿਆ। ਉਹਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਰਕਾਰ ਦੱਸੇ ਕਿ ਕਿਉਂ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਨੈੱਟ ਬੰਦ ਕੀਤਾ ਗਿਆ, ਕਿਉਂਕਿ ਜੋ ਕੁਝ ਜੇਕਰ ਮਿਸ ਹੈਪਨਿੰਗ ਹੋਈਆਂ ਨੇ ਤਾਂ ਦਿੱਲੀ ਦੇ ਵਿੱਚ ਹੋਈਆਂ ਨੇ, ਤੇ ਹਰਿਆਣਾ ਸਰਕਾਰ ਦੇ ਖਿਲਾਫ ਤਾਂ ਪ੍ਰੋਟੈਸਟ ਹੀ ਨਹੀਂ ਹੋ ਰਿਹਾ। ਕੋਈ ਮਿਸ ਹੈਪਨਿੰਗ ਹਰਿਆਣਾ ਦੇ ਵਿੱਚ ਹੋਈ ਨਹੀਂ, ਤਾਂ ਫਿਰ ਗੱਲ ਬਣਦੀ ਨਹੀਂ ਹਰਿਆਣੇ ਦੇ ਵਿੱਚ ਨੈੱਟ ਬੰਦ ਕਰਨ ਦੀ। ਇਹਦੇ ਲਈ ਵੀ ਇਹ ਪਟੀਸ਼ਨ ਪਾਈ ਗਈ ਹੈ। ਕੀ ਲੱਗਦਾ ਕਿ ਵੱਡਾ ਫੈਸਲਾ ਆਏਗਾ ਹੁਣ ਹਾਈ ਕੋਰਟ ਦੇ ਵੱਲੋਂ, ਸਰਕਾਰ ਨੂੰ ਜਿਹੜੀ ਫਟਕਾਰ ਪਾਈ ਜਾਵੇਗੀ? ਦੇਖੋ, ਵੱਡਾ ਫੈਸਲਾ ਆਏਗਾ ਜਾਂ ਨਹੀਂ ਆਏਗਾ ਇਹ ਤਾਂ ਕਹਿਣਾ ਬੜਾ ਮੁਸ਼ਕਿਲ ਹੈ। ਰਾਦਰ ਇਹ ਕਹਿਣਾ ਸੇਫ ਹੈਗਾ ਕਿ ਹਾਈ ਕੋਰਟ ਜਿਹੜਾ ਹੈ ਉਹਦਾ ਕੋਈ ਵਿੱਚ ਵਿਚਾਲੇ ਦਾ ਰਸਤਾ ਕੱਢੂਗੀ, ਕਿਉਂਕਿ ਜਿਹੜੀ ਸਾਡੀ ਨਿਆਂਪਾਲਿਕਾ ਹੈ, ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਔਰ ਦੂਜੀਆਂ ਕੋਰਟਸ ਨੇ ਇਸ ਇਸ਼ੂ ਦੇ ਉੱਤੇ ਸਰਕਾਰ ਦੀ ਲਾਈਨ ਜਿਹੜੀ ਹੈ ਟੋ ਕੀਤੀ ਹੈ। ਜਿਸ ਤਰ੍ਹਾਂ ਸਰਕਾਰ ਚਾਹੁੰਦੀ ਹੈ ਉਸ ਦੇ ਖਿਲਾਫ ਉਹ ਨਹੀਂ ਗਏ। ਜਿਹੜਾ ਆਜ਼ਾਦਾਨਾ ਰੋਲ ਜਿਸ ਵਾਸਤੇ ਸਾਡੀ ਜਿਹੜੀ ਨਿਆਂਪਾਲਿਕਾ ਜਾਣੀ ਚਾਹੀਦੀ ਸੀ, ਉਹ ਕਈ ਵਾਰੀ ਸਾਡੇ ਇਤਿਹਾਸ ਦੇ ਵਿੱਚ ਮੌਕੇ ਆਏ। ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਬੜੀ ਵਾਰੀ ਹੋਇਆ। ਸਾਡੇ ਕੋਲ ਬਹੁਤ ਐਗਜ਼ਾਮਪਲਸ ਨੇ ਤੇ ਕਿ ਉਹਨਾਂ ਨੇ ਆਪਣਾ ਰੋਲ ਜਿਹੜਾ ਹੈ ਛੱਡਿਆ। ਦੇ ਹੈਵ ਐਬਡੀਕੇਟਡ देयर ਰੋਲ ਟਾਈਮ ਐਂਡ ਅਗੇਨ। ਤੋ ਇਸ ਕਰਕੇ ਮੌਜੂਦਾ ਹਾਲਾਤਾਂ ਦੇ ਵਿੱਚ ਬੜੀ ਖੁਸ਼ੀ ਹੋਏਗੀ ਔਰ ਬੜੀ ਹੈਰਾਨੀ ਹੋਏਗੀ ਜੇ ਹਾਈ ਕੋਰਟ ਜਿਹੜੀ ਹੈ ਸਰਕਾਰ ਨੂੰ ਫਟਕਾਰ ਲਗਾਵੇ ਔਰ ਕਵੇ ਕਿ ਤੁਸੀਂ ਇਹ ਜਿਹੜਾ ਹੈ ਆਮ ਨਾਗਰਿਕਾਂ ਦੀ ਜਿਹੜੀ ਉਹਨਾਂ ਨੂੰ ਕਿਉਂ ਤਕਲੀਫ ਦੇ ਵਿੱਚ ਪਾ ਰਹੇ ਹੋ ਇੰਟਰਨੈਟ ਬੰਦ ਕਰਕੇ, ਜਦੋਂ ਕਿ ਕੋਈ ਐਡਾ ਵੱਡਾ ਮਸਲਾ ਨਹੀਂ ਹੈ। ਹਰਿਆਣੇ ਦੇ ਖਾਸ ਤੌਰ ਤੇ ਇਲਾਕਿਆਂ 'ਚ ਕੋਈ ਵਾਇਲੈਂਸ ਨਹੀਂ ਹੋਈ। ਹਿਊਮਨ ਰਾਈਟਸ ਗਰੁੱਪ ਵੱਲੋਂ ਜਿਹੜਾ ਹੈਗਾ ਇਹ ਪਟੀਸ਼ਨ ਪਾਈ ਗਈ ਹੈ। RS ਬੈਂਸ ਐਡਵੋਕੇਟ ਜਿਹੜੇ ਹੈ ਬੜੇ ਨਾਮੀ ਗ੍ਰਾਮੀ ਹਿਊਮਨ ਰਾਈਟਸ ਦੇ ਐਡਵੋਕੇਟ ਨੇ, ਉਹਨਾਂ ਤੇ ਉਹਨਾਂ ਦੇ ਸਾਥੀਆਂ ਨੇ ਪਟੀਸ਼ਨ ਪਾਈ ਹੈ। ਬੜੀ ਵੈਲਿਡ ਗਰਾਊਂਡ ਹੈ। ਜੋ ਉਹਨਾਂ ਨੇ ਕਹਿਣਾ ਹੈ ਉਹ ਬੜਾ ਵੈਲਿਡ ਹੈ, ਬੜਾ ਵਾਜਿਬ ਹੈ। ਲੇਕਿਨ ਇਹ ਦੇਖਣਾ ਹੋਏਗਾ ਕਿ ਕੀ ਹਾਈ ਕੋਰਟ ਜਿਹੜੀ ਹੈ ਉਨੀ ਵਾਜਬੀਅਤ ਦੇ ਨਾਲ ਕੰਮ ਕਰਦੀ ਹੈ, ਉਨੀ ਨਿਰਪੱਖਤਾ ਨਾਲ ਕੰਮ ਕਰਦੀ ਹੈ ਜੋ ਹਾਲਾਤ ਬਣੇ ਹੋਏ ਨੇ। ਤੋ ਖੈਰ ਉਹਨਾਂ ਨੇ ਮਸਲਾ ਚੁੱਕਿਆ ਜਾਣਾ ਚਾਹੀਦਾ ਹੈ, ਭਾਵੇਂ ਉਸ ਦਾ ਕੋਈ ਹੱਲ ਹੋਵੇ ਨਾ ਹੋਵੇ। ਰਿਕਾਰਡ ਤੇ ਉਹ ਚੀਜ਼ ਆਉਣੀ ਬੜੀ ਜ਼ਰੂਰੀ ਹੈ। ਤੋ ਦੇਖਦੇ ਹਾਂ, ਜੋ ਅਗਲੀ ਵਰਕਿੰਗ ਡੇ ਜਿਹੜਾ ਹੈ ਸ਼ਾਇਦ ਸੋਮਵਾਰ ਨੂੰ ਹੀ ਉਸ ਨੂੰ ਲਿਆ ਜਾਏਗਾ ਤੇ ਉਸ ਦਿਨ ਅਦਾਲਤ ਨੇ ਨੋਟਿਸ ਤਾਂ ਦਿੱਤਾ ਹੀ ਹੋਇਆ, ਸਰਕਾਰ ਕੀ ਕਹਿੰਦੀ ਹੈ ਤੇ ਅਦਾਲਤ ਜਿਹੜੀ ਹੈ ਕੀ ਉਹ ਜਿਹੜਾ ਇਸ ਨੂੰ ਬਹਾਲ ਕਰਵਾ ਪਾਉਂਦੀ ਹੈ, ਜਾਂ ਅਦਾਲਤ ਜਿਸ ਤਰ੍ਹਾਂ ਪਹਿਲਾਂ ਹੈ ਉਹ ਕਹਿ ਦੇਗੀ ਕਿ ਅਸੀਂ ਸਰਕਾਰ ਤੇ ਛੱਡਦੇ ਹਾਂ ਜਾਂ ਅਸੀਂ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ, ਇਸ ਤਰ੍ਹਾਂ ਦੀ ਕੋਈ ਗੱਲ ਕਰਦੀ ਹੈ। ਤਾਂ ਬੜੀ ਹੀ ਇੱਕ ਅਜੀਬੋ-ਗਰੀਬ ਸਥਿਤੀ ਤਾਂ ਬਣੀ ਹੋਈ ਹੈ। ਪਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਇੰਤਜ਼ਾਰ ਕਰੀਏ ਸੋਮਵਾਰ ਤੱਕ, ਜਦੋਂ ਤੱਕ ਅਦਾਲਤ ਕੁਝ ਬੋਲਦੀ ਨਹੀਂ ਇਸ ਮਾਮਲੇ ਦੇ ਬਾਰੇ 'ਚ। ਬਿਲਕੁਲ ਭੁੱਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।